ਇਹ ਨਵਾਂ ਜਿਹੜਾ ਅੱਜ ਤੁਸੀਂ ਇੱਕ ਛੱਡ ਦਿੱਤਾ, ਇਹਨੂੰ ਜੁਮਲਾ ਕਹੀਏ, ਨਵਾਂ ਕਨਸੈਪਟ ਕਹੀਏ, ਇਹਦੇ ਤੇ ਥੋੜਾ ਚਾਨਣ ਪਾਓ ਕਿ ਆ ਕੇ ਸਾਡੇ ਤੋਂ ਪੈਸੇ ਵੀ ਲੈ ਜਾਓ। ਅੱਜ ਹਰੇਕ ਬੱਚੇ ਦਾ ਮਾਪਿਓ ਇਹੀ ਚਾਹੁੰਦਾ ਕਿ ਮੇਰਾ ਬੱਚਾ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਚਲਾ ਜਾਏ, ਔਰ ਇਸ ਸਾਰੇ ਪ੍ਰੋਸੈਸ ਦੇ ਵਿੱਚ 12 ਤੋਂ 15 ਲੱਖ ਰੁਪਏ ਦਾ ਖਰਚਾ ਆਉਂਦਾ। ਸਵਾਏ 10-15% ਬੰਦਿਆਂ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਘਰੇ 15 ਲੱਖ ਰੁਪਏ ਬੰਨਿਆ ਪਿਆ ਹੋਊਗਾ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਕੰਪਨੀ ਨੇ ਫਾਈਨੈਂਸ਼ੀਅਲ ਸਰਵਿਸਿਜ਼ ਸਟਾਰਟ ਕੀਤੀਆਂ ਨੇ, ਜਿਹਦੇ ਵਿੱਚ ਅਸੀਂ 1 ਸਾਲ ਦੀ ਟਿਊਸ਼ਨ ਫੀਸ ਐਂਡ 1 ਸਾਲ ਦੀ GIC ਦੇ ਰਹੇ ਹਾਂ। ਪੰਜਾਬੀਆਂ ਦੇ ਦਿਮਾਗ 'ਚ ਜਿਹੜਾ ਇਹ ਬੈਠ ਚੁੱਕਾ ਹੈ ਫੀਸ ਆਫਟਰ ਵੀਜ਼ਾ, ਇਹਨੂੰ ਕਿਵੇਂ ਕੱਢ ਦੋਗੇ ਤੁਸੀਂ? ਅਸੀਂ ਫੀਸ ਆਫਟਰ ਵੀਜ਼ਾ ਕਿਵੇਂ ਕਰ ਰਹੇ ਹਾਂ, ਔਰ ਅੱਜ ਤਾਂ ਬੜੇ ਸੋਹਣੇ ਬੰਦੇ ਆ ਗਏ ਨੇ ਜਿਹੜੇ ਬੜੀਆਂ ਸੋਹਣੀਆਂ ਅਟਰੈਕਟਿਵ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਤੁਹਾਡਾ ਜੀ ਵੀਜ਼ਾ ਰਿਫਿਊਜ਼ ਹੋ ਗਿਆ, 25,000 ਰੁਪਏ ਤੁਹਾਨੂੰ ਅਸੀਂ ਜੁਰਮਾਨਾ ਦੇਵਾਂਗੇ। ਹਾਂ, ਪੇ ਬੈਕ ਕਹਿ ਲਓ, ਕੁਝ ਵੀ ਕਹਿ ਲਓ, ਬਟ ਆਈ ਥਿੰਕ ਇਹ ਸਹੀ ਗੱਲ ਨਹੀਂ ਹੈਗੀ। ਬੱਚੇ ਨੇ ਆਪਦਾ ਫਿਊਚਰ ਬਣਾਉਣਾ, ਬਾਹਰ ਜਾਣਾ, ਉਹਨੇ ਜ਼ਿੰਦਗੀ ਬਣਾਉਣੀ ਹੈ। ਤੇਰੇ 25,000 ਪਿੱਛੇ ਥੋੜੀ ਉਹ ਤੇਰਾ ਕੇਸ ਖਰਾਬ ਕਰੂਗਾ। ਇੰਨੇ ਦਹਾਕਿਆਂ ਤੋਂ ਹਾਲੇ ਤੱਕ ਪੰਜਾਬੀ ਇਹ ਨਹੀਂ ਸਮਝ ਪਾਏ ਕਿ ਸਾਨੂੰ ਕਿਹੜਾ ਕੰਸਲਟੈਂਟ ਮੂਰਖ ਬਣਾ ਰਿਹਾ ਤੇ ਕਿਹੜਾ ਸਹੀ ਰਾਹ ਤੇ ਪਾ ਰਿਹਾ, ਤੇ ਹੁਣ ਆ ਕੇ ਤੁਸੀਂ ਜਿਹੜਾ ਇੱਕ ਨਵਾਂ ਦਾਅਵਾ ਕਰ ਦਿੱਤਾ, ਕਿਵੇਂ ਵਿਸ਼ਵਾਸ ਕਰਨ ਲੋਕ ਤੁਹਾਡੇ ਤੇ? ਦੇਖੋ, ਅਸੀਂ ਫੀਸ ਮੰਗਦੇ ਨਹੀਂ ਪਏ, ਅਸੀਂ ਤਾਂ ਇਹ ਕਹਿ ਰਹੇ ਕਿ ਅੱਜ ਪੈਸੇ ਨਹੀਂ ਹੈਗੇ ਨਾ, ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਸਾਡੇ ਕੋਲ ਅੱਜ ਫੀਸ ਵੀ ਦੇਵਾਂਗੇ, GIC ਵੀ ਦੇਵਾਂਗੇ, ਪਬਲਿਕ ਫੰਡਡ ਕਾਲਜਸ 'ਚ ਭੇਜਾਂਗੇ। ਫੀਸ ਪਹਿਲਾਂ ਜਾਊਗੀ, GIC ਪਹਿਲਾਂ ਜਾਊਗੀ। ਮੈਂ ਫੀਸ ਬਾਅਦ ਵਿੱਚ ਲੈਣ ਦੀ ਗੱਲ ਨਹੀਂ ਕਰ ਰਿਹਾ, ਮੈਂ ਤੇ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ ਹੈਲਪਲੈਸ ਹੋ ਗਏ ਨੇ, ਜਿਹੜੇ ਨਾਮੁਰਾਦ ਹੋ ਕੇ ਬੈਠੇ ਨੇ। ਉਹਨਾਂ ਬੱਚਿਆਂ ਨੂੰ ਮੇਰੀ ਇਨਵੀਟੇਸ਼ਨ ਆ, ਨਿਮੰਤਰਣ ਆ ਕਿ ਉਹ ਬੱਚੇ ਸਾਡੇ ਕੋਲ ਆਪਣਾ ਕੇਸ ਅਪਲਾਈ ਕਰ ਸਕਦੇ ਨੇ। ਟਿਊਸ਼ਨ ਫੀਸ ਵੀ ਅਸੀਂ ਦੇਵਾਂਗੇ, GIC ਵੀ ਅਸੀਂ ਦੇਵਾਂਗੇ। ਕੋਈ ਵੀ ਅਸੀਂ ਫੀਸ ਦੇਵਾਂਗੇ ਜਾਂ GIC ਦੇਵਾਂਗੇ, ਉਹ ਅਨਸਿਕਿਉਰਡ ਹੋਊਗਾ, ਯਾਨੀ ਕਿ ਕੋਈ ਜ਼ਮੀਨ ਜਾਇਦਾਦ ਅਸੀਂ ਨਹੀਂ ਉਹਨਾਂ ਤੋਂ ਬਦਲੇ ਦੇ ਵਿੱਚ ਰਖਵਾਵਾਂਗੇ। ਵੈਸੇ ਤਾਂ ਚਲੋ ਅਸੀਂ ਔਨ ਰਿਕਾਰਡ ਨਹੀਂ ਪੁੱਛਾਂਗੇ ਬੱਚਿਆਂ ਦੇ ਨਾਮ, ਜਾਂ ਉਹ ਠੀਕ ਹੈ, ਉਹ ਬੱਚੇ ਦੀ ਕੰਸੈਂਟ ਜਾਣਨੀ ਜ਼ਰੂਰੀ ਹੁੰਦੀ ਹੈ। ਮੈਂ ਅਗਲੀ ਵਾਰ ਜਦੋਂ ਆਉਂਗਾ ਨਾ ਇਸ ਮੰਚ ਤੇ, ਔਰ ਮੈਂ ਬੱਚੇ ਨਾਲ ਲੈ ਕੇ ਆਉਂਗਾ, ਉਹਨਾਂ ਦੇ ਮੂੰਹੋਂ ਸੁਣਾਉਂਗਾ, ਮੈਂ ਆਪਦੇ ਮੂੰਹੋਂ ਕੁਝ ਨਹੀਂ ਦੱਸਣਾ, ਮੈਂ ਆਪਦੇ ਮੂੰਹ ਮੀਆਂ ਬਿੱਠੂ ਨਹੀਂ ਬਣਨਾ ਚਾਹੁੰਦਾ। ਵਿਦਆਊਟ ਆਈਲੈਟ ਤੁਹਾਡਾ ਕੈਨੇਡਾ ਦਾ ਵੀਜ਼ਾ ਲਵਾ ਦਿਆਂਗੇ ਜੀ। ਕਿਵੇਂ ਤਰੀਕੇ ਨਾਲ ਲਾ ਦੋਗੇ? ਇਹ ਤਾਂ ਸਭ ਤੋਂ ਵੱਡੀ ਰਿਕੁਆਇਰਮੈਂਟ ਹੈ। ਇੰਗਲਿਸ਼ ਪ੍ਰੋਫੀਸ਼ੈਂਸੀ ਨਹੀਂ ਜਦੋਂ ਪਤਾ ਲੱਗਣਾ ਵੀ ਬੰਦਾ ਅੰਗਰੇਜ਼ੀ ਬੋਲਣ, ਤੁਸੀਂ ਉੱਥੇ ਚੱਲੇ ਹੋ, ਤੁਸੀਂ ਇੱਥੇ ਨਹੀਂ ਜਾਣਾ ਹੈਗਾ ਜਗਰਾਉਂ ਤੱਕ ਵੀ ਜਿੱਥੇ ਸਾਰੇ ਪੰਜਾਬੀ ਬੋਲਣੀ ਹੈ। ਅੰਗਰੇਜ਼ ਆ ਉੱਥੇ, ਮਾਸਟਰ ਵੀ ਜਿਹੜਾ ਅੰਗਰੇਜ਼ੀ ਬੋਲਦਾ, ਤੇ ਤੁਸੀਂ ਹਾਊ ਯੂ ਆਰ ਟ੍ਰੀਟਿੰਗ ਸੱਚ ਕਾਈਂਡ ਆਫ ਥਿੰਗਸ। ਪਰ ਹੁਣ ਉਹਨਾਂ ਨੇ ਇਹ ਵੀ ਸਵਾਲ ਖੜਨਾ ਕਿ ਹੁਣ ਇੱਕ ਜੁਮਲਾ ਤੁਸੀਂ ਵੀ ਮਾਰ ਦਿੱਤਾ ਹੈ ਕਿ ਅਸੀਂ ਫੰਡਸ ਵੀ ਦੇ ਰਹੇ ਹਾਂ, ਆਗੇ ਸਾਡੇ ਤੋਂ ਪੈਸੇ ਲੈ ਲਓ। ਦੇਖੋ, ਇੱਕ ਗੱਲ ਨੂੰ ਸਮਝੋ, ਅਸੀਂ ਜੁਮਲੇ ਨਹੀਂ, ਤੁਸੀਂ ਇਹ ਨਾ ਸਮਝੋ ਕਿ ਇਮੀਗ੍ਰੇਸ਼ਨ ਵਾਲੇ ਕਮਲੇ ਹੋ ਗਏ ਆ ਕਿ ਪੈਸੇ ਵੰਡੀ ਜਾਂਦੇ। ਇਟ ਇਜ਼ ਕੰਪਲੀਟਲੀ ਬੈਂਕਿੰਗ ਪ੍ਰੋਸੈਸ। ਮੈਂ ਤੁਹਾਨੂੰ ਇੱਕ ਗੱਲ ਦਾ ਦਾਅਵਾ ਕਰਦਾ, ਸਾਨੂੰ 6 ਤੋਂ 1 ਸਾਲ ਦਾ ਸਮਾਂ ਦੇ ਦਿਓ, ਪੰਜਾਬ 'ਚ ਇਹੋ ਜਿਹਾ ਕੋਈ ਮਾਂ ਜਾਂ ਪਿਓ ਨਹੀਂ ਰਹਿਣੀ ਜਿਹੜੀ ਰੋਟੀ ਖਾਧੇ ਬਿਨਾਂ ਸੋ ਜਾਣਗੇ। ਅਸੀਂ ਸਵਾਲ ਕਰਨ ਤੋਂ ਇੰਨਾ ਡਰਦੇ ਕਿਉਂ? ਕਰਦੇ ਹੀ ਨਹੀਂ ਅਸੀਂ। ਸਾਨੂੰ ਇਹ ਹੁੰਦਾ ਸਿੱਧੀਆਂ ਗੱਲਾਂ, ਯਾਰ ਪੈਸੇ ਦੱਸ ਕਿੰਨੇ, ਜਿੱਦਣ ਵੀਜ਼ਾ ਦੇਣਗੇ ਪੈਸੇ ਲੈਣਾ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਅੱਜ ਦੇ ਸਮੇਂ ਦੇ ਵਿੱਚ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਸਲਟੈਂਟਸ ਨੇ, ਤਾਂ ਅੱਜ ਸਭ ਤੋਂ ਵੱਡਾ ਭੰਬਲ ਭੂਸਾ ਇਹੀ ਪਿਆ ਹੋਇਆ ਕਿ ਜੇ ਬਾਹਰ ਜਾਣਾ ਹੈ ਤਾਂ ਵਿਸ਼ਵਾਸ ਕਿਹਦੇ ਤੇ ਕਰੀਏ। ਇੱਕ ਕੰਸਲਟੈਂਟ ਦਾ ਕੰਮ ਹੁੰਦਾ ਹੈ ਤੁਹਾਡੀ ਫਾਈਲ ਲਗਵਾਉਣਾ, ਤੁਹਾਡੀ ਜ਼ਿੰਦਗੀ ਯਾਨੀ ਕਿ ਤੁਹਾਡੀ ਫਾਈਲ ਉਹਦੇ ਹੱਥ ਹੁੰਦੀ ਹੈ, ਉਹ ਵਿਗਾੜਨੀ ਹੈ ਜਾਂ ਸਵਾਰਨੀ ਹੈ, ਉਹ ਕੰਸਲਟੈਂਟ ਦੇਖਦਾ ਹੁੰਦਾ ਹੈ। ਪਰ ਅੱਜ ਮੇਰੇ ਨਾਲ ਰਵੀ ਸਾਹਿਬ ਮੌਜੂਦ ਨੇ ਬੀਨਗੂਸ ਤੋਂ, ਜਿਹੜੇ ਦਾਅਵਾ ਕਰ ਰਹੇ ਨੇ ਕਿ ਅਸੀਂ ਬੱਚੇ ਨੂੰ ਬਾਹਰ ਤਾਂ ਭੇਜਣਾ ਹੀ ਹੈ, ਉਹਨੂੰ ਸਹੀ ਰਾਹ ਤਾਂ ਦਿਖਾਣਾ ਹੀ ਹੈ, ਪਰ ਨਾਲ ਦੇ ਨਾਲ ਫੰਡਿੰਗ ਵੀ ਕਰਨੀ ਹੈ, ਯਾਨੀ ਕਿ ਆ ਕੇ ਇਹਨਾਂ ਤੋਂ ਪੈਸੇ ਵੀ ਲੈ ਲਓ। ਕਿ ਮੈਂ ਠੀਕ ਕਹਿ ਰਹੀ ਹਾਂ? ਬਿਲਕੁਲ ਮੈਮ, ਬਿਲਕੁਲ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਇਹ ਨਵਾਂ ਜਿਹੜਾ ਅੱਜ ਤੁਸੀਂ ਇੱਕ ਛੱਡ ਦਿੱਤਾ, ਇਹਨੂੰ ਜੁਮਲਾ ਕਹੀਏ, ਨਵਾਂ ਕਨਸੈਪਟ ਕਹੀਏ, ਇਹਦੇ ਤੇ ਥੋੜਾ ਚਾਨਣ ਪਾਓ ਕਿ ਆ ਕੇ ਸਾਡੇ ਤੋਂ ਪੈਸੇ ਵੀ ਲੈ ਜਾਓ। ਦੇਖੋ ਮੈਮ, ਕਨਸੈਪਟ ਇਹਦੇ ਵਿੱਚ ਜੁਮਲਾ ਵਗੈਰਾ ਵਾਲਾ ਕੁਝ ਵੀ ਨਹੀਂ ਹੈਗਾ। ਹਰੇਕ ਚੀਜ਼ ਵੈਰੀ ਲੀਗਲ ਹੈ, ਦੈਟ ਵਿਲ ਬੀ ਅਕੋਰਡਿੰਗ ਟੂ ਦਾ ਰਿਜ਼ਰਵ ਬੈਂਕ ਆਫ ਇੰਡੀਆ। ਕੋਈ ਵੀ ਸਟੂਡੈਂਟ, ਅੱਜ ਪੈਂਡੈਮਿਕ ਦਾ ਮਾਹੌਲ ਚੱਲਦਾ ਪਿਆ, ਪਿਛਲੇ ਇੱਕ ਸਾਲ ਤੋਂ 2020 ਤੋਂ ਕੋਵਿਡ ਆਇਆ ਸੀਗਾ, ਔਰ ਤੁਸੀਂ ਸਮਝ ਸਕਦੇ ਹੋ ਕਿ ਅੱਜ ਲੋਕਾਂ ਕੋਲ ਜਿਹੜੀਆਂ ਵੀ ਸੇਵਿੰਗ ਸੀਗੀਆਂ ਉਹ ਖਤਮ ਹੋ ਗਈਆਂ ਨੇ, ਰਾਈਟ। ਔਰ ਅੱਜ ਹਰੇਕ ਬੱਚੇ ਦਾ ਮਾਪਿਓ ਇਹੀ ਚਾਹੁੰਦਾ ਕਿ ਮੇਰਾ ਬੱਚਾ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਚਲਾ ਜਾਏ, ਔਰ ਇਸ ਸਾਰੇ ਪ੍ਰੋਸੈਸ ਦੇ ਵਿੱਚ 12 ਤੋਂ 15 ਲੱਖ ਰੁਪਏ ਦਾ ਖਰਚਾ ਆਉਂਦਾ। ਸਵਾਏ 10-15% ਬੰਦਿਆਂ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਘਰੇ 15 ਲੱਖ ਰੁਪਏ ਬੰਨਿਆ ਪਿਆ ਹੋਊਗਾ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਕੰਪਨੀ ਨੇ ਫਾਈਨੈਂਸ਼ੀਅਲ ਸਰਵਿਸਿਜ਼ ਸਟਾਰਟ ਕੀਤੀਆਂ ਨੇ, ਜਿਹਦੇ ਵਿੱਚ ਅਸੀਂ 1 ਸਾਲ ਦੀ ਟਿਊਸ਼ਨ ਫੀਸ ਐਂਡ 1 ਸਾਲ ਦੀ GIC ਦੇ ਰਹੇ ਹਾਂ। ਮੈਂ ਫੀਸ ਆਫਟਰ ਵੀਜ਼ਾ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਇਹ ਕਰ ਰਿਹਾ ਕਿ ਫੀਸ ਜਿਹੜੀ ਬੱਚੇ ਨੂੰ ਪਹਿਲਾਂ ਹੀ ਪੇ ਕਰਨੀ ਪੈਣੀ ਹੈ, ਚਾਹੇ ਉਹ ਆਪ ਪੇ ਕਰ ਲੇ, ਚਾਹੇ ਉਹ ਸਾਡੇ ਤੋਂ ਪੇ ਕਰਵਾ ਲੇ।
ਇਹਦੇ ਵਿੱਚ ਅਸੀਂ ਬੱਚੇ ਨੂੰ ਟਿਊਸ਼ਨ ਫੀਸ ਐਂਡ GIC ਪ੍ਰੋਵਾਈਡ ਕਰ ਰਹੇ ਹਾਂ। 2 ਮੇਜਰ ਚੈਲੰਜਿੰਗ ਹੁੰਦੇ ਆ ਹਰੇਕ ਬੱਚੇ ਦੇ ਮਾਪਿਓ ਦੇ ਲਈ। ਸੋ ਇਸੇ ਚੀਜ਼ ਨੂੰ ਅਸੀਂ ਸਟਾਰਟ ਕੀਤਾ, ਜਿਹਦੇ ਵਿੱਚ ਅਸੀਂ 1 ਸਾਲ ਦੀ ਟਿਊਸ਼ਨ ਫੀਸ ਜਿਹੜੀ ਹੋ ਸਕਦੀ ਹੈ 7 ਤੋਂ 8, 8 ਤੋਂ 10, ਜਿੰਨੀ ਵੀ ਵੈਰੀ ਕਰਦੀ ਆ, ਕਾਲਜ ਟੂ ਕਾਲਜ, ਯੂਨੀਵਰਸਿਟੀ ਟੂ ਯੂਨੀਵਰਸਿਟੀ। $10,200 ਜਿਹੜੀ ਹੁੰਦੀ ਹੈ GIC ਹੁੰਦੀ ਹੈ, ਇਹ ਮੇਜਰ ਹੁੰਦੀਆਂ। ਇਹੀ ਚੈਲੰਜਿੰਗ ਪਾਰਟ ਬਣੀਆਂ ਹੋਈਆਂ। ਸੋ ਸਾਡੀ ਕੰਡੀਸ਼ਨ ਸਿਰਫ ਇੰਨੀ ਕੁ ਆ, ਬੱਚੇ ਦੇ ਨੰਬਰ ਬਹੁਤ ਸੋਹਣੇ ਹੋਣੇ ਚਾਹੀਦੇ ਔਰ ਬੈਂਡ ਸਕੋਰ ਬਹੁਤ ਵਧੀਆ ਹੋਣੇ ਚਾਹੀਦੇ, ਯਾਨੀ ਕਿ 6 ਐਂਡ ਈਚ ਦਾ ਬੈਂਡ ਸਕੋਰ। ਇੱਕ ਮੋਡਿਊਲ 'ਚ 5.5 ਹੈਗੇ ਤਾਂ ਵੀ ਵਿਲ ਅਸੈਪਟ ਦਾ ਕੇਸ। ਫੀਸ ਆਫਟਰ ਵੀਜ਼ਾ ਵਾਲੇ ਜਾਂ ਸਾਨੂੰ ਪੈਕੇजेस ਵਾਲੇ ਬੰਦੇ ਫੋਨ ਨਹੀਂ ਨਾ ਕਰਨ, ਅਸੀਂ ਇਦਾਂ ਦੀ ਚੀਜ਼ਾਂ ਦੇ ਵਿੱਚ ਡੀਲ ਨਹੀਂ ਕਰਦੇ। ਪੰਜਾਬੀਆਂ ਦੇ ਦਿਮਾਗ 'ਚ ਜਿਹੜਾ ਇਹ ਬੈਠ ਚੁੱਕਾ ਹੈ ਫੀਸ ਆਫਟਰ ਵੀਜ਼ਾ, ਇਹਨੂੰ ਕਿਵੇਂ ਕੱਢ ਦੋਗੇ ਤੁਸੀਂ? ਦੇਖੋ, ਇੱਕ ਗੱਲ ਨੂੰ ਸਮਝਣਾ ਪਊਗਾ, CIC ਕੀ ਬੋਲਦੀ ਹੈ। CIC ਦੀਆਂ ਸਿੱਧੀਆਂ ਇੰਸਟਰਕਸ਼ਨਸ ਨੇ ਟੂ ਆਲ ਦ ਇੰਟਰਨੈਸ਼ਨਲ ਸਟੂਡੈਂਟਸ। ਉਹ ਕਹਿੰਦਾ ਕਿ ਬਾਈ ਜੇ ਤੂੰ ਸਾਡੇ ਦੇਸ਼ 'ਚ ਆ ਕੇ ਪੜ੍ਹਨਾ ਨਾ, ਤੈਨੂੰ ਫੀਸ ਆਪਣੀ ਪਹਿਲਾਂ ਪੇ ਕਰਨੀ ਪੈਣੀ ਆ। GIC 10,200 ਪਹਿਲਾਂ ਪੇ ਕਰਨੀ ਪੈਣੀ ਆ, ਲਾਜ਼ਮੀ ਆ। ਵੀਜ਼ਾ ਦੇਣਾ ਜਾਂ ਨਹੀਂ ਦੇਣਾ ਉਹ ਅਸੀਂ ਬਾਅਦ 'ਚ ਵੇਖਾਂਗੇ। ਤੂੰ ਸਾਡੀਆਂ ਇੰਸਟਰਕਸ਼ਨਸ ਨੂੰ ਫੁੱਲਫਿਲ ਕਰਦਾ ਜਾਂ ਨਹੀਂ ਕਰਦਾ। ਤੇਰੇ ਮਿਨੀਮਮ ਤੇਰੀ ਐਜੂਕੇਸ਼ਨ +2 ਹੋਣੀ ਚਾਹੀਦੀ ਆ, 6 ਐਂਡ ਈਚ ਦਾ ਬੈਂਡ ਸਕੋਰ ਹੋਣਾ ਚਾਹੀਦਾ। 5.5 ਤੇ ਚਲੋ ਕੇਸਸ ਪੋਜ਼ਿਟਿਵ ਹੁੰਦੇ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਔਰ ਅਸੀਂ ਫੀਸ ਆਫਟਰ ਵੀਜ਼ਾ ਕਿਵੇਂ ਕਰ ਰਹੇ ਹਾਂ? ਔਰ ਅੱਜ ਤਾਂ ਬੜੇ ਸੋਹਣੇ ਬੰਦੇ ਆ ਗਏ ਨੇ ਜਿਹੜੇ ਬੜੀਆਂ ਸੋਹਣੀਆਂ ਅਟਰੈਕਟਿਵ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਤੁਹਾਡਾ ਜੀ ਵੀਜ਼ਾ ਰਿਫਿਊਜ਼ ਹੋ ਗਿਆ, 25,000 ਰੁਪਏ ਤੁਹਾਨੂੰ ਅਸੀਂ ਜੁਰਮਾਨਾ ਦੇਵਾਂਗੇ। ਹਾਂ, ਪੇ ਬੈਕ ਕਹਿ ਲਓ, ਕੁਛ ਵੀ ਕਹਿ ਲਓ, ਬਟ ਆਈ ਥਿੰਕ ਇਹ ਸਹੀ ਗੱਲ ਨਹੀਂ ਹੈਗੀ। ਬੱਚੇ ਨੇ ਆਪਦਾ ਫਿਊਚਰ ਬਣਾਉਣਾ, ਬਾਹਰ ਜਾਣਾ, ਉਹਨੇ ਜ਼ਿੰਦਗੀ ਬਣਾਉਣੀ ਹੈ। ਤੇਰੇ 25,000 ਪਿੱਛੇ ਥੋੜੀ ਉਹ ਤੇਰਾ ਕੇਸ ਖਰਾਬ ਕਰੂਗਾ। ਗੱਲ ਸਿੱਧੀ ਇੰਨੀ ਕੁ ਆ ਕਿ ਉਹਨੂੰ ਦੱਸ ਦੇ ਤੇਰਾ ਕੇਸ ਲੱਗਣਾ ਜਾਂ ਨਹੀਂ ਲੱਗਣਾ। ਸਿੰਪਲ ਜਿਹਾ ਫੰਡਾ ਉਹਨੂੰ, ਜੇ ਲੱਗਣ ਵਾਲਾ ਤਾਂ ਵੀ ਦੱਸ ਦੋ, ਨਹੀਂ ਲੱਗਣਾ ਤਾਂ ਵੀ ਦੱਸ ਦੋ, ਸਿੰਪਲ ਜੀ। ਇੰਨੇ ਦਹਾਕਿਆਂ ਤੋਂ ਹਾਲੇ ਤੱਕ ਪੰਜਾਬੀ ਇਹ ਨਹੀਂ ਸਮਝ ਪਾਏ ਕਿ ਸਾਨੂੰ ਕਿਹੜਾ ਕੰਸਲਟੈਂਟ ਮੂਰਖ ਬਣਾ ਰਿਹਾ ਤੇ ਕਿਹੜਾ ਸਹੀ ਰਾਹ ਤੇ ਪਾ ਰਿਹਾ, ਤੇ ਹੁਣ ਆ ਕੇ ਤੁਸੀਂ ਜਿਹੜਾ ਇੱਕ ਨਵਾਂ ਦਾਅਵਾ ਕਰ ਦਿੱਤਾ, ਕਿਵੇਂ ਵਿਸ਼ਵਾਸ ਕਰਨ ਲੋਕ ਤੁਹਾਡੇ ਤੇ? ਦੇਖੋ, ਅਸੀਂ ਫੀਸ ਮੰਗਦੇ ਨਹੀਂ ਪਏ, ਅਸੀਂ ਤਾਂ ਇਹ ਕਹਿ ਰਹੇ ਕਿ ਅੱਜ ਪੈਸੇ ਨਹੀਂ ਹੈਗੇ ਨਾ, ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਸਾਡੇ ਕੋਲ ਅੱਜ ਫੀਸ ਵੀ ਦੇਵਾਂਗੇ, GIC ਵੀ ਦੇਵਾਂਗੇ, ਪਬਲਿਕ ਫੰਡਡ ਕਾਲਜਸ 'ਚ ਭੇਜਾਂਗੇ। ਫੀਸ ਪਹਿਲਾਂ ਜਾਊਗੀ, GIC ਪਹਿਲਾਂ ਜਾਊਗੀ। ਮੈਂ ਫੀਸ ਬਾਅਦ ਵਿੱਚ ਲੈਣ ਦੀ ਗੱਲ ਨਹੀਂ ਕਰ ਰਿਹਾ, ਮੈਂ ਤੇ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ ਹੈਲਪਲੈਸ ਹੋ ਗਏ ਨੇ, ਜਿਹੜੇ ਨਾਮੁਰਾਦ ਹੋ ਕੇ ਬੈਠੇ ਨੇ। ਉਹਨਾਂ ਬੱਚਿਆਂ ਨੂੰ ਮੇਰੀ ਇਨਵੀਟੇਸ਼ਨ ਆ, ਨਿਮੰਤਰਣ ਆ ਕਿ ਉਹ ਬੱਚੇ ਸਾਡੇ ਕੋਲ ਆਪਣਾ ਕੇਸ ਅਪਲਾਈ ਕਰ ਸਕਦੇ ਨੇ। ਟਿਊਸ਼ਨ ਫੀਸ ਵੀ ਅਸੀਂ ਦੇਵਾਂਗੇ, GIC ਵੀ ਅਸੀਂ ਦੇਵਾਂਗੇ, ਔਰ ਬੱਚੇ ਨੇ 10 ਸਾਲਾਂ ਦੀ ਈਜ਼ੀ ਇੰਸਟਾਲਮੈਂਟਸ 'ਚ ਪੈਸੇ ਵਾਪਸ ਕਰਨੇ ਆ। ਸੋ ਬਹੁਤ ਵੱਡੀ ਗੱਲ, ਔਰ ਬਹੁਤ ਪ੍ਰੋਮੀਨੈਂਟ ਗੱਲ ਇਹ ਵੀ ਹੈ ਕਿ ਅਨਸਿਕਿਉਰਡ ਐਜੂਕੇਸ਼ਨ ਲੋਨ ਆ। ਅਨਸਿਕਿਉਰਡ ਤੋਂ ਭਾਵ ਕਿ ਪੈਸਿਆਂ ਦੇ ਬਦਲੇ ਉਹਨੂੰ ਕੋਈ ਜ਼ਮੀਨ ਜਾਇਦਾਦ ਆਪਣੀ ਗਿਰਵੀ ਰੱਖਣ ਦੀ ਕੋਈ ਜ਼ਰੂਰਤ ਨਹੀਂ। ਕੋਈ ਵੀ ਅਸੀਂ ਫੀਸ ਦੇਵਾਂਗੇ ਜਾਂ GIC ਦੇਵਾਂਗੇ, ਉਹ ਅਨਸਿਕਿਉਰਡ ਹੋਊਗਾ, ਯਾਨੀ ਕਿ ਕੋਈ ਜ਼ਮੀਨ ਜਾਇਦਾਦ ਅਸੀਂ ਨਹੀਂ ਉਹਨਾਂ ਤੋਂ ਬਦਲੇ ਦੇ ਵਿੱਚ ਰਖਵਾਵਾਂਗੇ। ਫਿਰ ਐਡਾ ਵੱਡਾ ਰਿਸਕ ਕਿਵੇਂ ਲੈ ਸਕਦੇ ਹੋ ਤੁਸੀਂ ਕਿਸੇ ਨੂੰ? ਰਿਸਕ ਦੀ ਗੱਲ ਇਹ ਹੈ ਕਿ ਜਿਹੜਾ ਬੱਚਾ ਬਾਹਰ ਚਲਾ ਜਾਂਦਾ ਨਾ, ਜਿਹਦੀ ਅੱਜ ਡੁੱਬਦੀ ਹੈ ਨਾ ਬੇੜੀ, ਉਹ ਕਦੇ ਵੀ ਤੁਹਾਡੇ ਨਾਲ ਮਾੜਾ ਨਹੀਂ ਕਰਦਾ। 1-2% ਬੰਦਿਆਂ ਨੂੰ ਛੱਡ ਕੇ, ਕਿਸੇ ਦੀ ਸ਼ਕਲ ਤੇ ਤਾਂ ਲਿਖਿਆ ਨਹੀਂ ਹੁੰਦਾ। ਉਹਨੇ ਪੈਸੇ ਨਹੀਂ ਰੁਕਦੇ ਹੁੰਦੇ ਕਿਸੇ ਦੇ। ਜਿਹੜੇ ਬੰਦੇ ਨੂੰ ਅੱਜ ਡੁੱਬਦੀ ਬੇੜੀ 'ਚੋਂ ਚੜਾਤਾ ਨਾ, ਉਹਨੂੰ ਜਹਾਜ਼ ਫੜ ਕੇ ਉਹਨੂੰ ਕਿਨਾਰਾ ਦਿਖਾਤਾ ਕਿ ਭਾਈ ਆਹ ਕਿਨਾਰੇ ਤੁਰਿਆ ਜਾ ਤੇ ਤੇਰੀ ਮੰਜ਼ਿਲ ਤੈਨੂੰ ਮਿਲ ਜੂ ਇਸੇ ਮੰਜ਼ਿਲ ਤੇ ਜਾ ਕੇ। ਪਰ ਜੇ ਉਹ ਗਲਤ ਕਰੂਗਾ ਫਿਰ ਉਹਦਾ ਐਕਸ਼ਨ ਤੇ ਮਾੜਾ ਹੀ ਹੋਏਗਾ ਨਾ। ਇੱਕ ਉਹਨੂੰ ਤੇ ਆਸਾਨ ਮੰਨਣਾ ਚਾਹੀਦਾ, ਸਗੋਂ ਉਹਨੂੰ ਪੈਸੇ ਵੀ ਦੇ ਰਹੇ ਆ, GIC ਵੀ ਦੇ ਰਹੇ ਆ, ਟਿਊਸ਼ਨ ਫੀਸ ਵੀ ਦੇ ਰਹੇ ਆ। ਯਾਨੀ ਹੁਣ ਜੇ ਬਾਹਰ ਜਾਣਾ, ਆਬਵੀਅਸਲੀ ਤੁਸੀਂ ਕਿਹਾ ਕਿ ਕਿਸੇ ਦੇ ਘਰੇ ਬੰਨੇ ਤਾਂ ਹੋਏ ਨਹੀਂ ਹੈਗੇ 15 ਲੱਖ, ਤਾਂ ਜੇ ਤੁਹਾਡੇ ਕੋਲ ਨਹੀਂ ਵੀ ਹੈਗੇ ਤਾਂ ਬੈਂਕਸ ਜਾ ਕੇ ਧੱਕੇ ਖਾਣ ਦੀ ਲੋੜ ਨਹੀਂ ਹੈਗੀ। ਤੁਸੀਂ ਬੈਂਕ ਜਾਣਾ, ਲੋਨ ਅਪਲਾਈ ਕਰਨਾ। ਮੈਂ ਤੁਹਾਨੂੰ ਹੋਰ ਦੱਸਦਾ, ਬੈਂਕ ਤੋਂ ਤੁਸੀਂ ਫਾਈਨੈਂਸ ਕਰਵਾਉਂਦੇ ਹੋ, there are number of documents which you have to provide to the bankers। ਫਿਰ ਵੀ ਕਈ ਵਾਰ ਅਗਰ ਤੁਹਾਡਾ ਇੱਕ ਵੀ ਡਾਕੂਮੈਂਟ ਮਿਸਿੰਗ ਰਹਿ ਗਿਆ ਤਾਂ ਉਹਨਾਂ ਨੇ ਕੇਸ ਤੁਹਾਡਾ ਰਿਜੈਕਟ ਕਰ ਦੇਣਾ। ਔਰ ਸਾਡੀ ਫਾਸਟ ਪ੍ਰੋਸੈਸਿੰਗ ਹੈ, 24 ਆਵਰ ਦੇ ਵਿੱਚ ਅਸੀਂ ਕੇਸ ਫਾਈਨਲ ਕਰ ਦਿੰਦੇ ਆ, ਹੋਣ ਵਾਲਾ ਜਾਂ ਨਹੀਂ ਹੋਣ ਵਾਲਾ। ਸਿੰਪਲ ਜਿਹਾ ਫੰਡਾ। ਸਕਰੀਨ ਤੇ ਦੋਸਤੋ ਨੰਬਰ ਚੱਲ ਰਿਹਾ ਤੁਹਾਡੇ, ਇਸ ਨੰਬਰ ਤੇ ਤੁਸੀਂ ਆਪਣੇ ਡਾਕੂਮੈਂਟਸ ਵੀ ਸਾਨੂੰ ਫਾਰਵਰਡ ਕਰ ਸਕਦੇ ਹੋ। ਔਰ ਪਲੀਜ਼ ਦਿੱਤੇ ਹੋਏ ਅਪਾਇੰਟਮੈਂਟ ਤੋਂ 5, 10, 15, 20 ਮਿੰਟ ਅੱਗਾ ਪਿੱਛਾ ਜ਼ਰੂਰ ਸਕਦਾ। ਅਗਰ ਤੁਸੀਂ ਆਪਦਾ ਟਾਈਮ ਮਿਸ ਕਰ ਲਿਆ, ਫਿਰ ਵਾਰੀ ਆਵੇ, ਅਗਲੇ ਹਫਤੇ ਆਵੇ, ਨਾ ਆਵੇ, ਉਹ ਫਿਰ ਬਾਅਦ ਦੀ ਗੱਲ ਹੋ ਜਾਂਦੀ। ਅੱਛਾ, ਇੰਨੀ ਭੀੜ ਲੱਗ ਗਈ ਹੈ ਤੁਹਾਡੇ? ਰਸ਼ ਬਹੁਤ ਹੁੰਦਾ ਮੈਡਮ, ਰਸ਼ ਬਹੁਤ ਹੁੰਦਾ। ਦਿਸ ਇਜ਼ ਦ ਫੈਕਚੁਅਲ ਥਿੰਗ ਕਿ ਜੋ ਦਿੱਤਾ ਹੁੰਦਾ, ਮਗਰ 10 ਜਣੇ ਖੜੇ ਹੁੰਦੇ ਆ ਮਿਲਣ ਵਾਲੇ, ਹਰੇਕ ਨੂੰ 15-15, 20-20 ਮਿੰਟ ਪਹਿਲਾਂ ਹੀ ਫੋਨ ਤੇ ਸਾਰੀ ਡਾਕੂਮੈਂਟੇਸ਼ਨ ਚੈੱਕ ਕਰ ਦਿੱਤੀ ਜਾਂਦੀ ਹੈ। ਸਿਰਫ ਬੱਚੇ ਨੇ ਆ ਕੇ ਸਾਈਨ ਕਰਨੇ ਆ ਤੇ ਪੈਸੇ ਲੈ ਕੇ ਆਪਦੀ ਟਿਊਸ਼ਨ ਫੀਸ GIC ਪੇ ਕਰਕੇ ਕੇਸ ਫਾਈਲ ਕਰਨਾ। ਇੰਨਾ ਕੁ ਕੰਮ ਆ, ਸਿੰਪਲ। ਇਹ 2020 ਜਨਵਰੀ ਦੇ ਵਿੱਚ ਸਟਾਰਟ ਹੋਇਆ ਤੁਹਾਡਾ, ਤੇ 21 ਚੱਲ ਰਿਹਾ, 1.5 ਸਾਲ ਹੋ ਗਿਆ ਵਾ। ਤੇ ਇਸੇ ਸਮੇਂ ਦੇ ਦੌਰਾਨ, 1.5 ਸਾਲ ਦੇ ਦੌਰਾਨ ਕਿੰਨੇ ਕੁ ਲੋਕਾਂ ਦਾ ਵਿਸ਼ਵਾਸ
ਬਣਾ ਲਿਆ ਜਾਂ ਉਹਨਾਂ ਨੂੰ ਪਹੁੰਚਾ ਦਿੱਤਾ ਹੈ ਬਾਹਰ ਕੋਈ ਵੈਸੇ ਤਾਂ ਚਲੋ ਅਸੀਂ ਔਨ ਰਿਕਾਰਡ ਨਹੀਂ ਪੁੱਛਾਂਗੇ ਬੱਚਿਆਂ ਦੇ ਨਾਮ ਜਾਂ ਉਹ ਠੀਕ ਹੈ, ਉਹ ਬੱਚੇ ਦੀ ਕੰਸੈਂਟ ਜਾਣਨੀ ਜ਼ਰੂਰੀ ਹੁੰਦੀ ਹੈ। ਮੈਂ ਅਗਲੀ ਵਾਰ ਜਦੋਂ ਆਉਂਗਾ ਨਾ ਇਸ ਮੰਚ ਤੇ ਔਰ ਮੈਂ ਬੱਚੇ ਨਾਲ ਲੈ ਕੇ ਆਉਂਗਾ, ਉਹਨਾਂ ਦੇ ਮੂੰਹੋਂ ਸੁਣਾਉਂਗਾ, ਮੈਂ ਆਪਦੇ ਉਹ ਮੂੰਹੋਂ ਕੁਝ ਨਹੀਂ ਦੱਸਣਾ, ਮੈਂ ਆਪਦੇ ਮੂੰਹ ਮੀਆਂ ਬਿੱਠੂ ਨਹੀਂ ਬਣਨਾ ਚਾਹੁੰਦਾ। ਬੱਚੇ ਦੱਸਣਗੇ ਕਿ ਅਸੀਂ ਕਿੰਨਾ ਕੁ, ਆਪਾਂ ਲਾਈਵ ਉਹਨਾਂ ਨੂੰ ਜ਼ਰੂਰ ਲਵਾਂਗੇ ਲਾਈਨ ਤੇ, ਕੈਨੇਡਾ ਦੇ ਵਿੱਚ ਅੱਜ ਬੈਠੇ ਨੇ ਬੱਚੇ, ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ, ਉਹਨਾਂ ਤੋਂ ਵਿਚਾਰ ਫੀਡਬੈਕ ਜ਼ਰੂਰ ਲਵਾਂਗੇ ਔਰ ਤੁਸੀਂ ਆਪ ਹੀ ਸੁਣੋਗੇ। ਇੱਕ ਹੋਰ ਅਪਡੇਟ ਸਾਹਮਣੇ ਆਇਆ ਜਿਹੜੇ 10 ਕਾਲਜਸ ਸਸਪੈਂਡ ਕੀਤੇ ਗਏ ਨੇ ਕਿਊਬਿਕ ਤੋਂ ਅਪਡੇਟ ਸਾਹਮਣੇ ਆਇਆ, ਇਹਦੇ ਪਿੱਛੇ ਕਾਰਨ ਤੁਹਾਨੂੰ ਕੀ ਲੱਗਿਆ, ਕੀ ਕਾਰਨ ਹੈ, ਤੁਹਾਨੂੰ ਕੀ ਪਤਾ ਲੱਗਿਆ? ਕਾਰਨ ਮੈਡਮ ਫੀਸ ਆਫਟਰ ਵੀਜ਼ਾ ਵਾਲੇ ਮਾਸ਼ੇ ਬੈਠੇ ਜਿਹੜੇ ਫੀਸ ਆਫਟਰ ਵੀਜ਼ਾ ਸਾਰਾ ਦਿਨ ਇਹਨਾਂ ਨੇ ਗੰਦ ਪਾ ਛੱਡਿਆ, ਸਵੇਰ ਤੋਂ 10 ਵਜੇ ਤੋਂ ਲੱਗ ਜਾਂਦੇ, ਸ਼ਾਮ ਨੂੰ ਆਥਣ ਤੱਕ ਇਹਨਾਂ ਨੇ ਫੀਸ ਆਫਟਰ ਵੀਜ਼ਾ ਦੇ ਸੋਲੇ ਗਾਉਣੇ, ਫਿਰ 5-6 ਵਜੇ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ, ਬੱਚੇ ਨੂੰ ਐ ਨਹੀਂ ਕਰਨਾ ਚਾਹੀਦਾ, ਆਉਂ ਨਹੀਂ ਕਰਨਾ ਚਾਹੀਦਾ, ਜਾਂ ਤਾਂ ਅਸੀਂ ਆਪਦੇ ਸਟੈਂਡ ਤੇ ਕਾਇਮ ਰਹੀਏ। ਦੇਖੋ ਇੰਸਟਰਕਸ਼ਨਸ ਕੀ ਬੋਲਦੀਆਂ ਨੇ CIC ਦੀਆਂ, ਉਹ ਬੋਲਦੀ ਆ ਕਿ ਭਾਈ 1 ਸਾਲ ਦੀ ਫੀਸ ਤੂੰ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਪੇ ਕਰਨੀ ਹੈ, GIC ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਅਪਲਾਈ ਕਰਨੀ ਆ। ਤੁਸੀਂ ਕਿਸ ਲੈਵਲ ਨਾਲ ਕਹਿ ਰਹੇ ਹੋ ਜੀ ਅਸੀਂ ਬਾਅਦ ਚ ਪੈਸੇ ਲੈ ਲਾਂਗੇ? ਕਿਸ ਲੈਵਲ ਤੇ ਕਹਿ ਰਹੇ ਤੁਸੀਂ? ਇੱਕ ਗੱਲ ਦਾ ਸਾਨੂੰ ਜਵਾਬ ਤੇ ਦਿਓ ਨਾ। ਪਰ ਬਹੁਤ ਸਾਰੇ ਕੇਸਿਸ ਲੱਗੇ ਨੇ ਨਾ, ਦੇਖੋ ਲੱਗਣ ਨਾਲ ਤੁੱਕੇ ਲੱਗਦੇ ਆ ਨਾ। 100 ਕੇਸ ਫਾਇਆ, 100 ਚ 5 ਆਉਂਦੇ ਆ, 100 ਚ ਕਦੇ 75 ਨਹੀਂ ਆਉਂਦੇ। ਇਹ ਗੱਲ ਤੁਹਾਨੂੰ ਮੰਨਣੀ ਪੈਣੀ ਹੈ। ਵੀਜ਼ਾ ਆਫੀਸਰ ਮੂਰਖ, ਵੀਜ਼ਾ ਆਫੀਸਰ ਮੂਰਖ ਬੈਠਾ, ਉਹਨੇ ਲੱਖਾਂ ਫਾਈਲਾਂ ਵੇਖਦਾ, ਉਹ ਇੱਕ ਨਹੀਂ ਵੇਖਦਾ, ਰਸੀਦਾਂ ਜਾਂਦੀਆਂ ਨਾਲ ਵੀ ਫੀਸ ਭਰੀ ਹੈ ਕਿ ਨਹੀਂ ਭਰੀ। ਤੇ ਤੁਸੀਂ ਕਿਸ ਐਂਗਲ ਨਾਲ ਕਹਿ ਰਹੇ ਹੋ? ਉਹਨੇ ਅੱਛਾ ਇਦਾਂ ਦੀ ਐਡਵਰਟਾਈਜ਼ਮੈਂਟ ਹੈ ਅਸੀਂ ਵਿਦਆਊਟ ਆਈਲਟ ਤੁਹਾਡਾ ਕੈਨੇਡਾ ਦਾ ਵੀਜ਼ਾ ਲਵਾ ਦਿਆਂਗੇ ਜੀ, ਕਿਸ ਐਂਗਲ ਕਿਸੇ ਕਿਵੇਂ ਤਰੀਕੇ ਨਾਲ ਲਾ ਦੋਗੇ? ਇਹ ਤਾਂ ਸਭ ਤੋਂ ਵੱਡੀ ਰਿਕੁਆਇਰਮੈਂਟ ਹੈ। ਇੰਗਲਿਸ਼ ਪ੍ਰੋਫੀਸ਼ੀਐਂਸੀ ਨਹੀਂ ਜਦੋਂ ਪਤਾ ਲੱਗਣਾ ਵੀ ਬੰਦਾ ਅੰਗਰੇਜ਼ੀ ਬੋਲਣ, ਤੁਸੀਂ ਉੱਥੇ ਚੱਲੇ ਹੋ, ਤੁਸੀਂ ਇੱਥੇ ਨਹੀਂ ਜਾਣਾ ਹੈਗਾ ਜਗਰਾਉਂ ਤੱਕ ਵੀ ਜਿੱਥੇ ਸਾਰੇ ਪੰਜਾਬੀ ਬੋਲਣੀ ਹੈ, ਅੰਗਰੇਜ਼ ਆ ਉੱਥੇ ਮਾਸਟਰ ਵੀ ਜਿਹੜਾ ਅੰਗਰੇਜ਼ੀ ਬੋਲਦਾ, ਤੇ ਤੁਸੀਂ ਹਾਊ ਯੂ ਆਰ ਟ੍ਰੀਟਿੰਗ ਸੱਚ ਕਾਈਂਡ ਆਫ ਥਿੰਗਸ। Decision for the visa has been always taken by the visa officer. ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। Decision is always based upon the academics profile of the student. ਤੁਹਾਡੀ ਨੰਬਰ ਕਿੰਨੇ ਵਧੀਆ, ਬੈਂਡ ਸਕੋਰ ਤੁਹਾਡੇ ਹੈਗੇ ਜਾਂ ਨਹੀਂ ਹੈਗੇ, ਐਕਸਪਰਟਿਜ਼ ਹੁੰਦੀ ਹੈ 10-15%। ਅਕੈਡਮਿਕਸ ਤਾਂ ਤੁਸੀਂ ਲੈ ਕੇ ਆਉਣੇ ਆ ਨਾ, ਨੰਬਰ ਤੇ ਬੱਚੇ ਨੇ ਲੈ ਕੇ ਆਉਣੇ, ਅਸੀਂ ਤੇ ਲੈ ਕੇ ਨਹੀਂ ਆਉਣੇ। ਬੈਂਡ ਸਕੋਰ ਬੱਚੇ ਨੇ ਲੈ ਕੇ ਆਉਣੇ ਆ, ਫੀਸ ਆ ਬੱਚੇ ਨੇ ਪੇ ਕਰਨੀ ਹੈ, GIC ਬੱਚੇ ਨੇ। ਰਿਜ਼ਰਵ ਬੈਂਕ ਕੀ ਕਹਿੰਦਾ? GIC ਤੁਸੀਂ ਆਪਣੀ ਆਪ ਪੇ ਕਰਨੀ ਹੈ, ਐਕਟ ਪੜੋ ਦਾ। ਤੁਸੀਂ ਕਿਸ ਸੈਂਟਰ ਤੋਂ ਕਹਿ ਰਹੇ ਹੋ ਜੀ ਅਸੀਂ ਬਾਅਦ ਚ ਪੈਸੇ ਲੈ ਲਾਂਗੇ? ਕੰਸਲਟੇਸ਼ਨ ਫੀਸ ਬਾਅਦ ਚ ਜ਼ਰੂਰ ਲੈ ਸਕਦੇ ਹੋ। ਦੇਖੋ ਇਸ ਚੀਜ਼ ਦੀ ਇਨਵੈਂਸ਼ਨ ਕਦੋਂ ਹੋਈ ਸੀਗੀ, ਫੀਸ ਆਫਟਰ ਵੀਜ਼ਾ, ਜਦੋਂ ਇਸ ਇੰਡਸਟਰੀ ਦੇ ਵਿੱਚ ਲੱਖਾਂ ਘੁਸਪੈਠੀਏ ਵੜ ਗਏ ਸੀ, ਪਰ ਨਾਰਮਲ ਪਰਸਨ ਦੇ ਲਈ ਉਹਨਾਂ ਦੀ ਪ੍ਰੋਫੈਸ਼ਨਲ ਬੰਦੇ ਦੀ ਪਹਿਚਾਣ ਕਰਨੀ ਬਹੁਤ ਔਖੀ ਸੀਗੀ, ਰਾਈਟ। ਤੇ ਉਹਨਾਂ ਨੇ ਉਸ ਸਮੇਂ ਇਹ ਕਾਲ ਦਿੱਤੀ ਸੀ ਕਿ ਤੁਸੀਂ ਕੇਸ ਫਾਈਲ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਕਰਵਾ ਲਓ, ਅਸੀਂ ਪੈਸੇ ਤੁਹਾਡੇ ਤੋਂ ਬਾਅਦ ਚਾਰਜ ਕਰ ਲਾਂਗੇ। ਇਹ ਕਾਲ ਦਿੱਤੀ ਸੀ, ਨਾ ਕਿ ਉਹਨਾਂ ਨੇ ਆਖਿਆ ਸੀ ਅਸੀਂ ਤੁਹਾਨੂੰ ਜੀ 25,000 ਰੁਪਈਆ ਜਾਂ 21,000 ਰੁਪਈਆ ਤੁਹਾਨੂੰ ਸ਼ਗਨ ਦੇ ਦੇਵਾਂਗੇ ਵੀਜ਼ਾ ਰਿਫਿਊਜ਼ ਹੋਣ ਤੋਂ। ਕਾਲਜ ਦੀ ਫੀਸ, GIC ਫੀਸ ਤੁਸੀਂ ਪਹਿਲਾਂ ਹੀ ਤਾਰਨੀ ਹੈ ਨਾ। ਇਹ ਬੋਲਦੀ ਪਈ ਹੈ ਕੈਨੇਡਾ ਦੀ ਗਵਰਨਮੈਂਟ। ਇੱਕ ਨਾ ਇੱਕ ਆਪਣੀ ਪਛਾਣ ਬਣਾਉਣ ਦੇ ਲਈ ਕੋਈ ਨਾ ਕੋਈ ਗੱਲ ਤਾਂ ਇਦਾਂ ਦੀ ਕਰਨੀ ਪੈਂਦੀ ਹੈ, ਜਿਵੇਂ ਕੋਈ ਫੀਸ ਆਫਟਰ ਵੀਜ਼ਾ, ਕੋਈ ਸ਼ਗਨ ਜਿਸ ਤਰ੍ਹਾਂ ਤੁਸੀਂ ਕਿਹਾ, ਜਾਂ ਜੁਰਮਾਨਾ ਤੁਸੀਂ ਕਿਹਾ ਕਿ 21,000 ਜਾਂ 25,000 ਤੁਹਾਨੂੰ ਵਾਪਸ ਦੇ ਦਾਂਗੇ। ਪਰ ਹੁਣ ਉਹਨਾਂ ਨੇ ਇਹ ਵੀ ਸਵਾਲ ਖੜਨਾ ਕਿ ਹੁਣ ਇੱਕ ਜੁਮਲਾ ਤੁਸੀਂ ਵੀ ਮਾਰ ਦਿੱਤਾ ਹੈ ਕਿ ਅਸੀਂ ਫੰਡਸ ਵੀ ਦੇ ਰਹੇ ਹਾਂ, ਆਗੇ ਸਾਡੇ ਤੋਂ ਪੈਸੇ ਲੈ ਲਓ। ਦੇਖੋ ਇੱਕ ਗੱਲ ਨੂੰ ਸਮਝੋ, ਅਸੀਂ ਜੁਮਲੇ ਨਹੀਂ, ਤੁਸੀਂ ਇਹ ਨਾ ਸਮਝੋ ਕਿ ਇਮੀਗ੍ਰੇਸ਼ਨ ਵਾਲੇ ਕਮਲੇ ਹੋ ਗਏ ਆ ਕਿ ਪੈਸੇ ਵੰਡੀ ਜਾਂਦੇ। ਇਟ ਇਜ਼ ਕੰਪਲੀਟਲੀ ਬੈਂਕਿੰਗ ਪ੍ਰੋਸੈਸ। ਹਾਂ, ਪ੍ਰੋਸੈਸ ਜ਼ਰੂਰ ਦੱਸੋ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫੋਨ ਬਹੁਤ ਆਉਣਗੇ, ਲਾਈਨ ਲੱਗ ਜਾਏਗੀ, ਤਾਂ ਉਹਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੈ। ਸਮਝਾ ਰਿਹਾ, ਬੈਂਕਿੰਗ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਪੰਜਾਬ ਆਡੇ ਸਾਰਿਆਂ ਨੂੰ ਦੇ ਦਾਂਗੇ 1 ਸਕਿੰਟ ਦੇ ਵਿੱਚ। ਬਟ ਦ ਥਿੰਗ ਇਜ਼ ਥੋੜੇ ਨੰਬਰ ਵਧੀਆ ਹੋਣੇ ਚਾਹੀਦੇ, ਤੁਸੀਂ ਜੈਨੂਅਨ ਹੋਣੇ ਚਾਹੀਦੇ ਹੋ। ਜੇ ਤੁਸੀਂ ਪੈਸਿਆਂ ਦਾ ਮਿਸਯੂਜ਼ ਕੀਤਾ, ਕਰੋਨਾ ਨਾਲੋਂ ਵੀ ਜ਼ਿਆਦਾ ਘਾਤਕ ਹੋ ਜਾਊਗਾ। ਕਰੋਨਾ ਤੋਂ ਤਾਂ ਵੈਕਸੀਨੇਸ਼ਨ ਨਾਲ ਬਚਾਅ ਹੋ ਜਾਊਗਾ, ਉਹ ਪੈਸੇ ਦਿੱਤੇ ਬਿਨਾਂ ਖੜਾ ਨਹੀਂ ਛੁੱਟਣਾ। ਤੁਹਾਨੂੰ ਦੇਖੋ, ਤੁਹਾਨੂੰ ਇਸ ਚੀਜ਼ ਦਾ ਮੰਨਣਾ ਚਾਹੀਦਾ ਆਸਾਨ ਕਿ ਜਿਹੜਾ ਬੰਦੇ ਨਾਲ ਅੱਜ ਕਿਸੇ ਰਿਸ਼ਤੇਦਾਰ ਤੋਂ 10,000 ਮੰਗ ਲਓ ਨਾ, ਫੋਨ ਹੀ ਚੱਕਣਾ ਬੰਦ ਕਰ ਦਿੰਦੇ ਆ। ਅੱਜ ਤੁਹਾਨੂੰ ਬਿਨਾਂ ਜ਼ਮੀਨ ਜਾਇਦਾਦ ਤੁਹਾਡੀ ਰੱਖੇ ਤੁਹਾਨੂੰ 15 ਲੱਖ ਰੁਪਏ ਦੇ ਕੇ ਤੁਹਾਨੂੰ ਕੈਨੇਡਾ ਭੇਜਣ, ਕੌਣ ਭੇਜ ਦੂ? ਅਸੀਂ ਭੇਜਦੇ ਹਾਂ। ਲਿਖਵਾਓਗੇ ਤਾਂ ਸਹੀ ਉਹਨਾਂ ਤੋਂ। ਦੇਖੋ ਉਹ ਤਾਂ ਨਾਰਮਲ ਡਾਕੂਮੈਂਟੇਸ਼ਨ ਤਾਂ ਹਰੇਕ ਦੀ ਹੁੰਦੀ ਹੈ ਨਾ, ਬਟ ਯੈਸ ਇੰਨਾ ਕੋਈ ਲੰਬੀ ਚੌੜੀ ਨਹੀਂ। ਇੱਕ ਇਹ ਵੀ ਹੋਏਗਾ ਕਿ ਘਰ ਆਪਣਾ ਹੋਣਾ ਚਾਹੀਦਾ। ਹਾਂ, ਰੈਸੀਡੈਂਸ ਤਾਂ ਆਪਣਾ ਹੀ ਹੋਣਾ ਚਾਹੀਦਾ, ਕਿਉਂਕਿ ਸਾਨੂੰ ਆਪਦੀ ਪੇਮੈਂਟ ਵੀ ਅਸੀਂ ਸੇਵ ਕਰਨੀ ਹੈ ਨਾ, ਕਿ ਕਿਰਾਏ ਤੇ ਘਰ ਹੋਊਗਾ, ਕੱਲ ਨੂੰ ਬੰਦਾ ਛੱਡ ਕੇ ਭਾਡੇ ਕਿੱਥੋਂ ਭਾਲਦੇ ਫਿਰਾਂਗੇ। ਸਾਨੂੰ ਤੇ ਆਪਦੇ ਕਲੀਅਰ ਕਰਨਾ ਜ਼ਰੂਰੀ ਹੈ ਨਾ। ਹਾਂਜੀ, ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਕਿ ਬੰਦੇ ਦਾ ਘਰ ਜ਼ਰੂਰ ਆਪਦਾ ਹੋਵੇ। ਇੱਕ ਆਪਦੇ ਘਰੇ ਅਸੀਂ ਲਿਖਵਾਉਣਾ ਕੁਛ ਨਹੀਂ ਜਾਂ ਉਹਦੇ ਤੋਂ ਕੋਈ ਰਜਿਸਟਰੀ ਨਹੀਂ ਗਹਿਣੇ ਧਰਾਉਣੀ, ਬਟ ਸ਼ਰਤ ਇੰਨੀ ਕਿ ਆਪਦਾ ਘਰੇ ਰਹਿਣਾ ਹੋਣਾ ਚਾਹੀਦਾ ਬੰਦਾ, ਚਾਹੇ ਪਿੰਡ 'ਚ ਰਹਿੰਦਾ, ਚਾਹੇ ਸ਼ਹਿਰ 'ਚ ਰਹਿੰਦਾ, ਜਿੱਥੇ ਵੀ ਰਹਿੰਦਾ। ਜ਼ਮੀਨ ਗਹਿਣੇ ਨਹੀਂ ਧਰਨੇ ਪੈਣੇ।
ਨਹੀਂ ਕੋਈ ਜ਼ਮੀਨ ਜਮੂਨ ਕਿਸੇ ਹੁਣ ਕੰਮ ਹੀ ਖੜਾ ਹੀ ਛੜਾ ਦੇਣਾ ਇਹ ਲੋਕਾਂ ਦਾ। ਜ਼ਮੀਨਾਂ ਬੈਂਕ ਕੋਲ ਨਹੀਂ ਜਾਣਾ, ਸਾਡੇ ਕੋਲ ਆ ਜਾਓ ਅਸੀਂ ਕਰ ਦਿਆਂਗੇ। ਪਰ ਸ਼ਰਤ ਇੰਨੀ ਕੀ ਆ, ਘਰ ਤੁਹਾਡਾ ਆਪਦਾ, ਨੰਬਰ ਤੁਹਾਡੇ ਚੰਗੇ ਤੇ ਬੈਂਡ ਸਕੋਰ ਵਧੀਆ ਹੋਣੇ ਚਾਹੀਦੇ ਬਸ। ਠੀਕ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਇੱਕ ਨਵੀਂ, ਕਿਉਂਕਿ ਰੇਸ ਦਾ ਹਿੱਸਾ ਤੁਸੀਂ ਨਹੀਂ ਹੈਗੇ, ਉਸ ਰੇਸ ਦਾ ਹਿੱਸਾ ਜਿਹੜੇ ਵੱਡੇ ਵੱਡੇ ਦਾਅਵੇ ਹੋ ਰਹੇ ਨੇ ਬੱਚਿਆਂ ਦੇ ਨਾਲ, ਚਲੋ ਤੁਸੀਂ ਕਹਿ ਰਹੇ ਹੋ ਕਿ 100 ਚੋਂ 5 ਹੀ ਫਾਈਲਸ ਪਿਕ ਹੁੰਦੀਆਂ ਨੇ, 5 ਹੀ ਬੱਚੇ ਜਿਹੜੇ ਨੇ ਬਾਹਰ ਪਹੁੰਚ ਪਾਉਂਦੇ ਨੇ, ਬਾਕੀ 95 ਨਹੀਂ ਦਿਖਾਏ ਜਾਂਦੇ ਜਿਨ੍ਹਾਂ ਦੇ ਨਹੀਂ ਲੱਗਦੇ ਹੈਗੇ। ਪਰ ਆਪਣੀ ਗੱਲ ਕਰਾਂਗੇ, ਤੁਹਾਡੀ ਗੱਲ ਕਰਾਂਗੇ, ਕਿੰਨੀ ਕੁ ਸੈਟੀਸਫੈਕਸ਼ਨ ਬੱਚਿਆਂ ਨੂੰ ਹੋਈ ਹੈ ਹੁਣ ਤੱਕ ਜਿਹੜੇ ਪਹੁੰਚੇ ਨੇ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਮੈਂ ਆਪਦੇ ਮੂੰਹ ਕੁਛ ਨਹੀਂ ਬੋਲਦਾ, ਪਰ ਉਹ ਬੰਦੇ ਜਿਹੜੇ ਗਏ ਆ ਨਾ, ਸੀਸਾਂ ਜ਼ਰੂਰ ਦਿੰਦੇ ਆ। ਉਹਦੇ ਮਾਂ ਪਿਓ ਕਈ ਵਾਰ ਸਾਨੂੰ ਫੋਨ ਆਉਂਦਾ ਜਦੋਂ ਮਿਲਦੇ ਆ, ਸਾਨੂੰ ਆਉਂਦੇ ਦੁਬਾਰੇ ਦਫ਼ਤਰ, ਤਾਂ ਖੁਸ਼ੀ ਬਹੁਤ ਕਰਦੇ ਵੀ ਯਾਰ ਤਾਰ ਤੇ ਬਈ ਰੋਟੀ ਖਾਣ ਜੋਗੇ ਹੋ ਗਏ, ਵੀ ਡੁੱਬ ਗਏ ਸੀ, ਜਮਾ ਹੀ ਮਰ ਗਏ ਸੀ। ਇਹ ਸ਼ੁਰੂਆਤ ਕਿਉਂ ਕੀਤੀ ਹੈ? ਆ ਕੇ ਪੈਸੇ ਲੈ ਜਾਓ। ਪੈਂਡੈਮਿਕ ਅੱਜ ਲੋਕ ਤਰ੍ਹਾਂ ਕਰੀ ਜਾਂਦੇ, ਤੁਸੀਂ ਤਾਂ ਲੋਕਾਂ ਨੂੰ ਜ਼ਿਆਦਾ ਪਤਾ, ਪੈਂਡੈਮਿਕ ਨੇ ਤਰ੍ਹਾਂ ਕਰਾਤੀ। ਅੱਜ ਕਾਰੋਬਾਰ ਲੋਕਾਂ ਦੇ ਬੰਦ ਹੋ ਗਿਆ, ਚੰਗੇ ਬਿਜ਼ਨਸਮੈਨ ਰੋਈ ਜਾਂਦੇ ਪਏ ਆ। ਇੱਕ ਪਾਸੇ ਜਿੱਤੇ ਪੈਂਡੈਮਿਕ ਦੇ ਵਿੱਚ ਕੰਮ ਹੀ ਬੰਦ ਹੋ ਗਿਆ ਸੀਗਾ, ਕਿਹਾ ਜਾਂਦਾ ਸੀ ਕਿ ਇੱਕ ਏਦਾਂ ਦਾ ਪ੍ਰੋਫੈਸ਼ਨ ਹੈ ਜਿਹੜਾ ਕਦੇ ਬੰਦ ਨਹੀਂ ਹੋਣਾ, ਪੰਜੇ ਉਂਗਲਾਂ ਘਿਓ 'ਚ ਰਹਿਣੀਆਂ ਨੇ, ਪਰ ਪੈਂਡੈਮਿਕ ਨੇ ਸਭ ਨੂੰ ਸਾਰੇ ਦਿਨ ਦਿਖਾ ਦਿੱਤੇ। ਬਿਲਕੁਲ ਮੈਂ ਤੁਹਾਨੂੰ ਇੱਕ ਗੱਲ ਦਾ ਦਾਅਵਾ ਕਰਦਾ, ਸਾਨੂੰ 6 ਤੋਂ 1 ਸਾਲ ਦਾ ਸਮਾਂ ਦੇ ਦਿਓ, ਪੰਜਾਬ 'ਚ ਇਹੋ ਜਿਹਾ ਕੋਈ ਮਾਂ ਜਾਂ ਪਿਓ ਨਹੀਂ ਰਹਿਣੀ ਜਿਹੜੀ ਰੋਟੀ ਖਾਦੇ ਬਿਨਾਂ ਸੋ ਜਾਣਗੇ। ਤੁਹਾਨੂੰ ਦਾਅਵਾ ਕਰਤਾ ਬਸ ਇੱਥੇ ਡੈਫੀਨੇਟਲੀ। ਹਾਂ, ਮੈਂ ਨਹੀਂ ਕਹਿੰਦਾ ਮੈਂ ਸਾਰੇ ਭੇਜ ਦੂੰ, ਕਈ ਵਾਰੀ ਨੰਬਰ ਵੀ ਨਹੀਂ ਕਈਆਂ ਦੇ ਆਉਂਦੇ। ਮੈਂ ਵਿਦਆਊਟ ਆਈਲੈਟਸ ਭਰਾਵਾ ਨਹੀਂ ਕਿਸੇ ਦੀਆਂ ਫਾਈਲਾਂ ਚੱਕਦਾ, ਨੰਬਰ ਤੁਹਾਡੇ ਚੰਗੇ, ਬੈਂਡ ਸਕੋਰ ਚੰਗੇ, ਬਸ ਇੰਨੀਆਂ ਹੀ ਚੀਜ਼ਾਂ ਚਾਹੀਦੀਆਂ। ਪੈਸੇ ਅਸੀਂ ਦੇਵਾਂਗੇ, 10 ਸਾਲਾਂ 'ਚ ਪੈਸੇ ਮੋੜ ਦਿਓ, ਗੱਲ ਖਤਮ। ਸਿੰਪਲ ਫੰਡਾ। ਇੱਕ ਗੋਤ ਮਿੱਤਰਾਂ ਦੇ ਗੋਤ ਪਿੱਛੇ ਸਾਹਬ ਲੱਗ ਜਾਂਦਾ, ਇੱਕ ਗੀਤ ਜਿਵੇਂ ਆਇਆ ਸੀਗਾ, ਨਾਮ ਰਵੀ ਸਾਹਿਬ ਕਿਉਂ ਲਿਖਿਆ? ਕਿ ਲੋਕਾਂ ਨੇ ਪਿਆਰ ਦੇ ਨਾਲ ਦੇ ਦਿੱਤਾ, ਜਿਨ੍ਹਾਂ ਦੇ ਬੱਚੇ ਪਿਆਰ ਕਰਦੇ ਜੀ ਲੋਕ। ਅੱਛਾ, ਜਿਨ੍ਹਾਂ ਦੇ ਬੱਚੇ ਬਾਹਰ ਪਹੁੰਚੇ ਨੇ। ਦੇਖੋ, ਅਸੀਂ ਫੀਸ ਆਫਟਰ ਵੀਜ਼ਾ ਦੀ ਡੀਲ ਨਹੀਂ ਕਰਦੇ। ਮੈਨ ਵਿਦ ਦਾ ਹਾਈ ਕੈਰੈਕਟਰਸ ਆਰ ਟਰਸਟਡ ਮੋਸਟ। ਕਿਰਦਾਰਾਂ ਵਾਲੇ ਲੋਕਾਂ ਤੇ ਯਕੀਨ ਕੀਤਾ ਜਾਂਦਾ। ਫੀਸ ਆਫਟਰ ਵੀਜ਼ਾ ਨਾਲ ਕੀ ਹੋ ਜਾਊਗਾ? ਫੀਸ ਆਫਟਰ ਵੀਜ਼ਾ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਅਟਰੈਕਸ਼ਨ ਖਿੱਚਦੇ ਹਾਂ ਲੋਕਾਂ ਦੀ ਆਪਦੇ ਵੱਲ, ਕਦੇ ਨਹੀਂ ਹੁੰਦਾ। ਜਦੋਂ ਤੁਹਾਡਾ ਕਿਰਦਾਰ ਹੁੰਦਾ ਨਾ, ਲੋਕ, ਤੁਸੀਂ ਰੱਬ ਤੇ ਵੀ ਬਹਿ ਜਾਓ ਔਰ ਰੱਸੀ ਪਾ ਕੇ ਆ ਜਾਣਗੇ। ਚੰਦ ਪੈਸਿਆਂ ਦੇ ਪਿੱਛੇ ਕਿਸੇ ਬੱਚੇ ਦਾ ਕੈਰੀਅਰ ਖਰਾਬ ਕਰ ਦੇਣਾ, ਮਾਪਿਓ ਦੀ ਸਾਰੀ ਉਮਰ ਦੀ ਕਮਾਈ ਜਿਹੜੀ ਹੁੰਦੀ ਆ ਉਹ ਖੂਚ ਪਾ ਦੇਣੀ, ਇਹ ਬਹੁਤ ਨਾਜਾਇਜ਼ ਹੈ। ਮੈਨੂੰ ਲੱਗਦਾ ਅਸੀਂ 4 ਪੈਸਿਆਂ ਦੇ ਪਿੱਛੇ ਜਿਹੜਾ ਕਰ ਰਹੇ ਹਾਂ, ਇਸ ਇੰਡਸਟਰੀ ਦੇ ਵਿੱਚ ਜਿਹੜਾ ਗੰਦ ਪਿਆ ਹੋਇਆ ਹੈ, ਇਹ ਬਹੁਤ ਜਲਦੀ ਬੰਦ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ ਜੀ। ਦੇਖੋ, ਸ਼ੁਰੂਆਤ ਨਾ ਅਸੀਂ ਮਾੜੀ ਆਪ ਕੀਤੀ ਆ। ਅਸੀਂ ਇਸ ਪਹਿਲਾਂ ਕੀ ਹੁੰਦਾ ਸੀਗਾ, ਇਨਵੈਂਸ਼ਨ ਹੋਈ ਸੀ, ਅਸੀਂ ਬਾਅਦ ਵਿੱਚ ਪੈਸੇ ਆਪਦੇ ਲੈ ਲਾਂਗੇ, ਜਿਹੜੀ ਆਪਦੀ ਸਾਡੀ ਫੀਸ ਆ, ਜਿਹੜੀ 20 25 50 ਹਜ਼ਾਰ ਕਿਸੇ ਦੀ ਹੋ ਸਕਦੀ ਆ। ਹੁਣ ਤੇ ਗੱਲਾਂ ਹੀ ਕਰੋੜਾਂ 'ਚ ਹੁੰਦੀਆਂ। 10 ਲੱਖ ਤੋਂ ਘੱਟ ਤੇ ਫੀਸ ਹੀ ਨਹੀਂ ਕਿਸੇ ਦੀ। ਇਹ ਕੋਈ ਤੁੱਕ ਤਾਂ ਨਹੀਂ ਨਾ ਬਣਦਾ। ਅੱਛਾ, ਲੋਕ ਦੇਖੋ, ਅੱਛਾ ਕਈ ਬੰਦਿਆਂ ਨੂੰ ਲੋਕ ਪਿਆਰ ਬੜਾ ਦਿੰਦੇ, ਇੱਥੇ ਤੁਹਾਡੇ ਮੰਚ ਤੇ ਆਉਂਦੇ ਆ, ਕਮੈਂਟਾਂ 'ਚ ਬਾਹਲਾ ਪਿਆਰ ਦਿੰਦੇ ਆ, ਕੀ ਕਰੀਏ ਉਹਨਾਂ ਦਾ? ਅੱਛਾ, ਜਾਣਾ ਵੀ ਉਹਨਾਂ ਕੋਲ ਹੀ ਆ ਫਿਰ, ਜਾਂ ਤੇ ਗਾਲਾਂ ਨਾ ਕੱਢਿਆ ਕਰੀ। ਫਿਰ ਉਹ ਗਲਤ ਨੇ ਕਿ ਲੋਕ ਗਲਤ ਨੇ? ਇਹ ਜਨਤਾ ਜਨਾਰਦਨ ਹੈ ਜੀ, ਉਹਨਾਂ ਨੂੰ ਪਤਾ। ਇਹ ਉਹੀ ਦੱਸ ਸਕਦੇ ਕਮੈਂਟਾਂ 'ਚ ਜਿਹੜਾ ਪਿਆਰ ਦਿੰਦੇ ਆ। ਦੇਖੋ, ਇੱਕ ਗੱਲ ਨੂੰ ਸਮਝੋ, ਸਿੱਧੀਆਂ ਕਿਸੇ ਤੇ ਭਰੋਸਾ ਕਰਨ ਦੀ ਯਕੀਨ ਲੋੜ ਨਹੀਂ, ਨਾ ਮੇਰੇ ਤੇ ਨਾ ਕਿਸੇ ਹੋਰ ਤੇ। ਜੋ ਕੈਨੇਡਾ ਦਾ ਹਾਈ ਕਮਿਸ਼ਨ ਬੋਲਦਾ ਨਾ, ਜੋ ਕੈਨੇਡਾ ਦੀ ਗਵਰਨਮੈਂਟ ਬੋਲਦੀ ਆ, ਯੂ ਜਸਟ ਹੈਵ ਟੂ ਫੋਲੋ ਦੈਟ ਓਨਲੀ। ਤੁਸੀਂ ਉਹਨਾਂ ਨੂੰ ਹੀ ਫੋਲੋ ਕਰਨਾ। ਔਰ ਸਿੱਧੀਆਂ ਗੱਲਾਂ ਜਾ ਕੇ ਅਗਲੇ ਨੂੰ ਪੁੱਛਿਆ ਕਰੋ ਕਿ ਭਾਈ ਮੈਨੂੰ ਕਿਹੜਾ ਕਾਲਜ ਦੇ ਰਿਹਾ, ਕਿਹੜਾ ਪ੍ਰੋਗਰਾਮ ਆ, ਕਿਹੜਾ ਪ੍ਰੋਵਿੰਸ ਆ, ਉਹਦੇ ਮੈਨੂੰ ਲਾਭ ਕੀ ਆ, ਮੈਨੂੰ ਉੱਥੇ ਜੌਬ ਮਿਲੂ ਜਾਂ ਨਹੀਂ ਮਿਲੂ। ਅਸੀਂ ਸਵਾਲ ਕਰਨ ਤੋਂ ਇੰਨਾ ਡਰਦੇ ਕਿਉਂ? ਕਰਦੇ ਹੀ ਨਹੀਂ ਅਸੀਂ। ਸਾਨੂੰ ਇਹ ਹੁੰਦਾ ਸਿੱਧੀਆਂ ਗੱਲਾਂ, ਯਾਰ ਪੈਸੇ ਦੱਸ ਕਿੰਨੇ, ਜਿੱਦਣ ਵੀਜ਼ਾ ਦੇਣਗੇ ਪੈਸੇ ਲੈ ਲਾਂਗੇ। ਤੇ ਜਿੱਦਣ ਵੀਜ਼ਾ ਲੱਗ ਜਾਂਦਾ ਕਿਸੇ ਦਾ, ਰੱਬ ਨਾ ਕਰੇ, ਤੇ 15 ਲੱਖ ਰੁਪਏ ਲੈਂਦੇ ਤੇ ਫੀਸ ਜਾਂਦੀ ਹੈ 6 ਲੱਖ ਰੁਪਈਆ। ਚਲੋ ਮੈਂ ਇਸ ਤੋਂ ਕੀ ਲੈਣਾ, ਅਗਲੇ ਦੀ ਦੁਕਾਨਦਾਰੀ, ਅਗਲਾ ਆਖੂਗਾ ਸਾਡੀ ਦੁਕਾਨਦਾਰੀ ਖਰਾਬ ਕਰਦਾ, ਮੈਨੂੰ ਕੋਈ ਲੋੜ ਨਹੀਂ ਹੈਗੀ। ਪਰ ਬੰਦੇ ਨੂੰ ਆਪ ਨੂੰ ਸੋਚਣਾ ਚਾਹੀਦਾ, ਫੀਸ ਤੁਸੀਂ ਆਪ ਪੇ ਕਰੋ, GIC ਆਪ ਪੇ ਕਰੋ, ਕਿਸੇ ਤੋਂ ਕਿਉਂ ਪੇ ਕਰਾਉਂਗੇ ਯਾਰ? ਕੈਨੇਡਾ ਤੁਸੀਂ ਜਾਣਾ ਨਾ, ਪੈਸੇ ਵੀ ਤੁਸੀਂ ਪੇ ਕਰੋਗੇ। ਤੁਹਾਡੀ ਜਗ੍ਹਾ ਤੇ ਕੋਈ ਨਹੀਂ ਭਰਦਾ, ਤੁਹਾਡੀ ਜਗ੍ਹਾ ਤੇ ਕੋਈ 10,000 ਨਹੀਂ ਭਰੂਗਾ, ਤੇ ਜੇ ਭਰੂਗਾ ਤੇ 5-7 ਲੱਖ ਰੁਪਇਆ ਲਊਗਾ ਅਗਲਾ ਫਿਰ। ਠੀਕ ਹੈ, ਤੁਹਾਡਾ ਦਾਵਾ ਕੀ ਹੈ? ਜਾਣ ਤੋਂ ਪਹਿਲਾਂ ਇੱਕ ਸ਼ਾਰਟ ਦੇ ਵਿੱਚ ਜੇ ਅਸੀਂ ਸੁਣਨਾ ਹੋਏ ਜਾਂ ਦਰਸ਼ਕਾਂ ਨੂੰ ਦੱਸਣਾ ਹੋਏ, ਤੁਸੀਂ ਕੀ ਦਾਵਾ ਕਰ ਰਹੇ ਹੋ? ਮੈਂ ਦਾਵਾ ਸਿਰਫ ਇੰਨਾ ਹੀ ਕਰਦਾ ਕਿ ਫੋਲੋ ਕਰੋ CIC ਦੀਆਂ ਗਾਈਡਲਾਈਨਸ ਨੂੰ, ਉਹਨਾਂ ਦੇ ਦਿੱਤੇ ਹੋਏ ਇਨਸਟਰਕਸ਼ਨਸ ਨੂੰ ਫੋਲੋ ਕਰਨਾ। ਤੁਸੀਂ ਆਪਦੇ ਵੱਲੋਂ ਕੋਈ ਕਿਸੇ ਦੇ ਮਗਰ ਨਾ ਲੱਗੋ, ਕੋਈ ਫੀਸ ਆਫਟਰ ਵੀਜ਼ਾ ਦੇ ਵਿੱਚ ਚੱਕਰਾਂ ਦੇ ਵਿੱਚ ਨਾ ਪਾਓ। ਅਗਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਕੈਨੇਡਾ ਜਾਂ UK ਦੇ ਵਿੱਚ ਪੜ੍ਹਨ ਲਈ ਜਾਣਾ ਚਾਹੁੰਦੇ ਹੋ, ਟਿਊਸ਼ਨ ਫੀਸ ਨਹੀਂ ਭਰ ਸਕਦੇ, GIC ਨਹੀਂ ਭਰ ਸਕਦੇ, ਸਾਡੀ ਕੰਪਨੀ ਨੇ ਫਾਈਨੈਂਸ਼ੀਅਲ ਸਰਵਿਸਿਜ਼ ਸਟਾਰਟ ਕੀਤੀਆਂ 2020 ਤੋਂ। ਅਸੀਂ ਸਟਾਰਟ ਕੀਤੀਆਂ ਔਰ ਨੈਕਸਟ ਮੰਥ ਅਸੀਂ ਸੈਮੀਨਾਰਸ ਐਜੂਕੇਸ਼ਨ ਫੇਅਰ ਲਾ ਰਹੇ ਹਾਂ, ਜਿਹਦੇ ਵਿੱਚ ਅਸੀਂ ਲੋਨ ਮੇਲਾ ਵੀ ਲਾ ਰਹੇ ਹਾਂ। ਉਹਦੇ ਵਿੱਚ 10,000 ਬੰਦੇ ਨੂੰ ਅਸੀਂ ਸੱਦਾ ਦੇ ਰਹੇ ਹਾਂ। ਸੋ ਉਹਨਾਂ ਹੀ ਸਟੂਡੈਂਟਸ ਨੂੰ ਮੈਂ ਸੱਦਾ ਦੇਣ ਜਾ ਰਿਹਾ ਜਿਹੜੇ ਬੰਦੇ ਨਾਮੁਰਾਦ ਹੋ ਕੇ ਬੈਠੇ ਨੇ, ਹੈਲਪਲੈਸ ਹੋ ਕੇ ਬੈਠੇ ਨੇ, ਵਿਦੇਸ਼ ਕੈਨੇਡਾ ਜਾਂ UK ਵਿੱਚ ਪੜ੍ਹਨ ਲਈ ਜਾਣਾ ਚਾਹੁੰਦੇ ਨੇ, ਪੈਸੇ ਨਹੀਂ ਹੈਗੇ, ਸਾਨੂੰ ਆ ਕੇ ਮਿਲ ਸਕਦੇ ਹੋ।
ਔਰ ਅਸੀਂ ਤੁਹਾਡਾ ਵੀਜ਼ਾ ਲਗਵਾ ਕੇ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਸਿਰਫ ਸ਼ਰਤ ਇੰਨੀ ਹੈ ਕਿ ਨੰਬਰ ਵਧੀਆ ਔਰ ਬੈਂਡ ਸਕੋਰ ਵਧੀਆ ਹੋਣੇ ਚਾਹੀਦੇ। ਠੀਕ ਹੈ, ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਬਹੁਤ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੇ ਲੋਕ ਹੈਲਪਲੈਸ ਫੀਲ ਕਰ ਰਹੇ ਨੇ, ਜਿਹੜੇ ਲੋਕ ਸੁਪਨਾ ਦੇਖ ਚੁੱਕੇ ਨੇ ਬਾਹਰ ਜਾਣ ਦਾ, ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ, ਫਿਰ ਕੰਮ ਕਰਨ ਦਾ ਤੇ ਫਿਰ ਪੀਆਰ ਹਾਸਲ ਕਰਨ ਦਾ, ਪਰ ਉਹ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਪੈਸਿਆਂ ਦੀ ਘਾਟ ਹੈ, ਤਾਂ ਇੱਥੇ ਤੁਹਾਡੀ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ। ਸਕਰੀਨ 'ਤੇ ਤੁਸੀਂ ਨੰਬਰ ਦੇਖ ਰਹੇ ਹੋ, ਇਸ ਨੰਬਰ 'ਤੇ ਵੀ ਤੁਸੀਂ ਕਾਲ ਕਰਕੇ ਜਿਹੜੇ ਵੀ ਸਵਾਲ ਤੁਹਾਡੇ ਜ਼ਿਹਨ 'ਚ ਚੱਲ ਰਹੇ ਨੇ ਉਹਨਾਂ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਜਿਵੇਂ ਤੁਸੀਂ ਕਿਹਾ ਕਿ ਨਾਮੁਰਾਦ ਜਾਂ ਹੈਲਪਲੈਸ ਫੀਲ ਕਰ ਰਹੇ ਨੇ, ਬਾਹਰ ਜਾਣਾ ਚਾਹੁੰਦੇ ਨੇ ਪਰ ਜਾ ਨਹੀਂ ਪਾ ਰਹੇ। ਤੇ ਉਮੀਦ ਕਰਦੇ ਹਾਂ ਕਿ ਹਰ ਬੱਚੇ ਦਾ ਸੁਪਨਾ ਪੂਰਾ ਹੋਵੇ, ਹਰ ਬੱਚਾ ਉਹ ਮੁਕਾਮ ਹਾਸਲ ਕਰੇ ਜੋ ਮੁਕਾਮ ਹਾਸਲ ਕਰਨ ਦਾ ਸੁਪਨਾ ਉਸਨੇ ਤੇ ਉਸਦੇ ਪਰਿਵਾਰ ਨੇ ਦੇਖਿਆ। ਇਸ ਖਾਸ ਪੇਸ਼ਕਸ਼ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਧੰਨਵਾਦ।